ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਅੱਜ ਦੇ ਜਿਹੜੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਜੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਬਹੁਤ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨ ਹਨ, ਸੈਂਟਾ ਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 2092771013 ਦੇ ਉੱਤੇ। ਮਿੰਟੂ ਜੀ, ਜਿਵੇਂ ਸਾਰੇ ਜਣ ਜਾਣਦੇ ਆ ਵੀ ਹੋਲੀ ਦਾ ਦਿਨ ਸੀਗਾ, ਇਸ ਕਰਕੇ ਜਿਹੜੀਆਂ ਖਬਰਾਂ ਦੀ ਭਰਮਾਰਤਾ ਘੱਟ ਹੈਗੀ ਆ, ਪਰ ਕੁਛ ਹੋਰ ਸੰਵੇਦਨਸ਼ੀਲ ਅਜਿਹੇ ਮੁੱਦੇ ਹੁੰਦੇ ਆ ਜਿਨ੍ਹਾਂ ਉੱਤੇ ਆਪਾਂ ਜ਼ਰੂਰ ਜਦੋਂ ਵੀ ਮੌਕਾ ਲੱਗਦਾ ਹੈ ਆਪਾਂ ਚਰਚਾਵਾਂ ਜਿਹੜੀਆਂ ਉਹ ਕਰਦੇ ਹਾਂ। ਅਤੇ ਅੱਜ ਕਿਉਂ ਨਾ ਆਪਾਂ ਜਿੱਦਾਂ ਕੱਲ੍ਹ ਦੱਸਿਆ ਸੀ ਵੀ ਸੀਰੀਆ ਦੇ ਬਾਰੇ, ਉਸ ਦੇ ਪਿਛੋਕੜ ਬਾਰੇ ਹੋਰ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਇਹੀ ਜਿਹੜਾ ਦੱਸਿਆ ਜਾਵੇ ਵੀ ਸੀਰੀਆ ਦੇ ਵਿੱਚ ਅੱਜ ਕੱਲ੍ਹ ਜੋ ਵਾਪਰ ਰਿਹਾ ਆ ਉਸ ਦਾ ਪਿਛੋਕੜ ਹੈ ਕੀ, ਅਤੇ ਕੀ ਨੇ ਹੁਣ ਉੱਥੋਂ ਦੇ ਹਾਲਾਤ, ਅਤੇ ਕੀ ਉਹਨਾਂ ਦਾ ਭਵਿੱਖ ਉੱਥੋਂ ਦੇ ਲੋਕਾਂ ਦਾ, ਨਿਵਾਸੀਆਂ ਦਾ ਹੋ ਸਕਦਾ ਹੈ। ਦੇਖੋ, ਤਬਰੇਜ਼ ਨੇ ਬੜੀਆਂ ਖੂਬਸੂਰਤ ਸਤਰਾਂ ਕਹੀਆਂ ਸੀਗੀਆਂ। ਉਹ ਕਹਿੰਦਾ ਸੀਗਾ ਕਿ 12 ਫਕੀਰ ਇੱਕ ਪਾਟੇ ਕੰਬਲ 'ਚ ਆਰਾਮ ਨਾਲ ਰਾਤ ਕੱਟ ਸਕਦੇ ਆ, ਪਰ ਧਰਤੀ ਤੇ ਜੇ 2 ਵੀ ਬਾਦਸ਼ਾਹ ਹੋ ਜਾਣ ਤਾਂ ਵੀ ਆਰਾਮ ਨਾਲ ਨਹੀਂ ਰਹਿ ਸਕਦੇ, ਨਾ ਰਹਿ ਸਕਦੇ ਤੇ ਨਾ ਰਹਿਣ ਦੇਣਗੇ ਜੀ। ਸੋ ਅਜੋਕੇ ਦੌਰ ਦੇ ਵਰਤਾਰਿਆਂ ਤੇ ਗੱਲ ਖੂਬ ਢੁਕਦੀ ਹੈ, ਕਿਉਂਕਿ ਹਰ ਪਾਸੇ ਸਥਾਪਤੀ ਨੂੰ ਲੈ ਕੇ, ਗਲਬੇ ਨੂੰ ਲੈ ਕੇ, ਧਰਮ ਦੇ ਫਲਾਹ ਨੂੰ ਲੈ ਕੇ ਖੂਨੀ ਲੜਾਈਆਂ ਦੀ ਰੁੱਤ ਆ। ਤਾਂ ਜਿਹੜਾ ਇਹ ਸੀਰੀਆ ਦਾ ਸੰਕਟ ਆ, ਅਸਲ ਦੇ ਵਿੱਚ ਮਿਡਲ ਈਸਟ ਦੀ ਸਮੱਸਿਆ ਸ਼ੁਰੂ ਤੋਂ ਰਹੀ ਆ। ਆਟੋਨਮ ਦੇ ਰਾਜ ਦੇ ਵਿੱਚ ਵੀ ਸਭ ਕੁਛ ਠੀਕ ਨਹੀਂ ਸੀਗਾ, ਪਰ ਜਦੋਂ ਪਹਿਲਾ ਸੰਸਾਰ ਜੰਗ ਖਤਮ ਹੋਇਆ ਉਸ ਤੋਂ ਫੌਰਨ ਬਾਅਦ ਸਪਾਈਕਸ ਪੀਕੋ ਸਮਝੌਤਾ ਆਇਆ, ਔਰ ਉਸ ਸਮਝੌਤੇ ਦੇ ਤਹਿਤ ਤੁਰਕੀ, ਸੀਰੀਆ, ਇਰਾਕ ਇਹ ਸਾਰੀਆਂ ਹੱਦਾਂ ਬਣੀਆਂ। ਤਾਂ ਇਸ ਹੱਦਬੰਦੀ ਤੋਂ ਬਾਅਦ ਇੱਥੇ ਖਲਲ ਪੈਣੇ ਸ਼ੁਰੂ ਹੋ ਗਏ ਸੀਗੇ, ਕਿਉਂਕਿ ਕੁਰਦ ਵੰਡੇ ਗਏ। ਤਿੰਨਾਂ ਦੇਸ਼ਾਂ ਦੇ ਅੰਦਰ ਥੋੜਾ ਥੋੜਾ ਉਹਨਾਂ ਦਾ ਵਰਗ ਜਿਹੜਾ ਸੀ ਉਹ ਵੰਡਿਆ ਗਿਆ। ਕੁਰਦਾਂ ਨੇ ਆਪਣੀ ਹਲਚਲ ਸ਼ੁਰੂ ਕਰ ਦਿੱਤੀ। ਇਰਾਕ 'ਚ ਵੀ ਸੱਤਾ ਸਥਾਪਤੀ ਲਈ ਸਾਰਾ ਕੁਛ ਚੱਲਦਾ ਰਿਹਾ। ਸੀਰੀਆ 'ਚ ਵੀ ਇਹੋ ਹਾਲਾਤ ਸੀ ਕਿ ਤਖਤਾ ਪਲਟ ਹੋਇਆ। ਈਰਾਨ ਦੇ ਵਿੱਚ ਵੀ ਤੁਹਾਨੂੰ ਪਤਾ ਪਹਿਲਾਂ ਸ਼ਾਹ ਬਿਠਾਇਆ ਗਿਆ ਅਮਰੀਕਾ ਵੱਲੋਂ, ਫਿਰ ਬਾਅਦ ਦੇ ਵਿੱਚ ਉਹਨੂੰ ਪਲਟਿਆ ਗਿਆ, ਉੱਥੇ ਇਸਲਾਮਿਕ ਕ੍ਰਾਂਤੀ ਹੋਈ। ਯਾਨੀ ਇਸ ਖਿੱਤੇ ਦੇ ਵਿੱਚ ਉੱਠਕ ਬੈਠਕ ਚੱਲਦੀ ਰਹੀ। ਜਿੱਥੋਂ ਤੱਕ ਸੀਰੀਆ ਦਾ ਸਵਾਲ ਆ, ਆ ਜਿਹੜਾ ਹੁਣ ਰਾਸ਼ਟਰਪਤੀ ਹੈ ਇੱਥੇ ਬਸ਼ਰ ਅਲ ਅਸਦ, ਇਹਦਾ ਬਾਪ ਹੁੰਦਾ ਸੀਗਾ ਹਾਫਿਜ਼ ਅਲ ਅਸਦ। ਉਹ ਹਾਫਿਜ਼ ਅਲ ਅਸਦ ਸੀਗਾ ਜਿਹੜਾ ਉਹ ਉਸ ਸਮੇਂ ਜਦੋਂ ਇਹ ਤਖਤਾ ਪਲਟਿਆ ਗਿਆ 70 ਦੇ ਦਹਾਕੇ 'ਚ, ਤਾਂ ਉਸ ਸਮੇਂ ਅਗਵਾਨੂ ਸੀਗਾ। ਤਾਂ ਉਹਨੂੰ ਵਾਗਡੋਰ ਮਿਲੀ ਇਸ ਮੁਲਕ ਦੀ। ਫਿਰ ਉਹ 2000 ਤੱਕ ਰਾਸ਼ਟਰਪਤੀ ਰਿਹਾ। 2000 ਤੋਂ ਬਾਅਦ ਇਹ ਬਣ ਗਿਆ ਰਾਸ਼ਟਰਪਤੀ, ਕਿਉਂਕਿ ਉਸ ਤੋਂ ਬਾਅਦ ਇਹਦੀ ਵਾਰੀ ਆਉਣੀ ਸੀਗੀ। ਹੁਣ ਦੇਖੋ ਹਾਲਾਤ ਕਿੱਥੋਂ ਵਿਗੜੇ ਆ, ਤੇ ਪਿਛੋਕੜ ਹੈ ਇੱਥੇ ਤੇ ਬਹੁਤ ਸਾਰੀਆਂ ਘਟਨਾਵਾਂ ਨੇ, ਬਹੁਤ ਲੰਮਾ ਸਮਾਂ ਚਾਹੀਦਾ ਉਹਨਾਂ ਸਾਰੀਆਂ ਘਟਨਾਵਾਂ ਨੂੰ ਵੇਖਣ ਲਈ। ਪਰ ਜਿਹੜਾ ਅੱਜ ਸੀਰੀਆ ਬਣਿਆ ਪਿਆ ਸਾਡੇ ਸਾਹਮਣੇ, ਇਹ ਸੀਰੀਆ ਕਦੋਂ ਬਣਿਆ? ਅਸਲ ਦੇ ਵਿੱਚ ਇਹ ਕਹਾਣੀ ਸ਼ੁਰੂ ਹੋਈ ਸੀਗੀ 2010 ਦੇ ਅੰਦਰ। 2010 ਦੇ ਵਿੱਚ ਇੱਥੇ ਅਰਬ ਸਪਰਿੰਗ ਹੋਇਆ ਸੀ ਇਹਨਾਂ ਦੇਸ਼ਾਂ 'ਚ। ਔਰ ਕਿੱਥੋਂ ਹੋਇਆ ਸੀਗਾ ਕਿ ਟਿਊਨੀਸ਼ੀਆ ਦੇ ਵਿੱਚ ਇੱਕ ਰੇਹੜੀ ਫੜੀ ਵਾਲਾ ਸੀਗਾ ਮੁਹੰਮਦ ਬਾਵਾਜ਼ੀਜ਼ੀ, ਉਹ ਆਤਮਦਾਹ ਕਰ ਗਿਆ ਸੀਗਾ। ਤਾਂ ਉਸ ਤੋਂ ਬਾਅਦ ਇੱਥੇ ਫਿਰ ਚਿੰਗਾੜੀ ਜਿਹੜੀ ਸੀ ਭਾਂਬੜ ਬਣ ਗਈ ਮਸਲਨ ਸਾਰੇ ਦੇਸ਼ਾਂ ਦੇ ਵਿੱਚ, ਕਿਉਂਕਿ ਇੱਥੇ ਸਵੈ ਸਥਾਪਤ ਸ਼ਾਸਕ ਸਨ। ਤਾਂ ਟਿਊਨੀਸ਼ੀਆ ਦੇ ਵਿੱਚ ਜਦੋਂ ਬੇਨਾਲੀ ਦੇ ਖਿਲਾਫ ਲੋਕਾਂ ਦਾ ਰੋਹ ਜਿਹੜਾ ਸੀਗਾ ਸੜਕਾਂ ਤੇ ਆਇਆ, ਤਾਂ ਹੋਰ ਵੀ ਦੇਸ਼ਾਂ ਦੇ ਵਿੱਚ ਇਹ ਭਾਂਬੜ ਮੱਚ ਪਿਆ। ਉਹਦੇ 'ਚ ਹੋਇਆ ਕਿ ਤੁਹਾਨੂੰ ਯਾਦ ਹੋਣਾ ਫੇਸਬੁੱਕ ਕ੍ਰਾਂਤੀ ਆਈ ਸੀਗੀ, ਔਰ ਉਹਦੇ ਜ਼ਰੀਏ ਮਿਸਰ ਦੇ ਵਿੱਚ ਇੱਕ ਸਰਕਾਰ ਬਣ ਗਈ, ਤਖਤਾ ਪਲਟ ਹੋ ਗਿਆ। ਔਰ ਇਹਦਾ ਇੱਕ ਇਹ ਸਿੱਟਾ ਨਿਕਲਿਆ ਕਿ ਟਿਊਨੀਸ਼ੀਆ ਦੇ ਵਿੱਚ ਵੀ ਲੋਕਤਾਂਤਰਿਕ ਸਰਕਾਰ ਬਹਾਲ ਹੋ ਗਈ। ਤਾਂ ਜਿਹੜੇ ਆ ਸੀਰੀਆ ਵਰਗੇ ਦੇਸ਼ ਸੀਗੇ,
ਜਿਨ੍ਹਾਂ ਦੇ ਵਿੱਚ ਅਰਬ ਸਪਰਿੰਗ ਹੋਇਆ, ਇਹ ਕਸੂਤੇ ਫਸ ਗਏ। ਲੀਬੀਆ ਤੇ ਸੀਰੀਆ ਕਸੂਤੇ ਫਸ ਗਏ। ਤਾਂ ਸੀਰੀਆ 'ਚ ਕੀ ਹੋਇਆ ਕਿ ਇੱਕ ਧੜਾ ਸੀਗਾ ਉਹ ਇਸ ਮੰਗ ਨੂੰ ਲੈ ਕੇ ਸੜਕਾਂ ਤੇ ਉਤਰਿਆ ਕਿ ਭਾਈ ਸਾਨੂੰ ਵੀ ਲੋਕਤਾਂਤਰਿਕ ਸਰਕਾਰ ਚਾਹੀਦੀ ਹੈ, ਅਸੀਂ ਇਸ ਰਾਜ ਘਰਾਣੇ ਤੋਂ ਅੱਕ ਚੁੱਕੇ ਹਾਂ। ਉਹ ਹੋਇਆ ਕਿ ਜਿਹੜਾ ਬਸ਼ਰ ਅਲ ਅਸਦ ਸੀਗਾ ਉਹਦੀ ਫੌਜ ਨੇ ਉਹਨਾਂ ਵਖਾਵਾਕਾਰੀਆਂ ਤੇ ਗੋਲੀ ਚਲਾ ਦਿੱਤੀ। ਫਿਰ ਜਦੋਂ ਗੋਲੀ ਚੱਲੀ ਤੇ ਉਹਨਾਂ ਨੇ ਜਦੋਂ ਹਥਿਆਰ ਚੱਕ ਲਏ, ਨੁਕਸਾਨ ਬਹੁਤ ਹੋਇਆ। ਦੂਜੀ ਵੱਡੀ ਘਟਨਾ ਇਹ ਵਾਪਰੀ ਕਿ ਇਹਦੀ ਆਪਣੀ ਫੌਜ ਦੇ ਵਿੱਚੋਂ ਕੁਛ ਫੌਜੀ ਸੀਗੇ ਜਿਹੜੇ ਉਹ ਬਾਗੀ ਹੋ ਗਏ ਹਥਿਆਰਾਂ ਸਮੇਤ, ਕੁਛ ਅਸਤੀਫਾ ਦੇ ਕੇ ਤੇ ਚਲੇ ਗਏ। ਉਹਨਾਂ ਨੇ ਆਪਣਾ ਇੱਕ ਧੜਾ ਬਣਾ ਲਿਆ, ਫ੍ਰੀ ਸੀਰੀਅਨ ਆਰਮੀ। ਪਰ ਇਹ ਜਿਹੜੀ ਫ੍ਰੀ ਸੀਰੀਅਨ ਆਰਮੀ ਸੀ ਇਹ ਕੱਟੜਪੰਥੀ ਨਹੀਂ ਸੀਗੇ, ਇਹ ਮੋਡਰੇਟ ਸੀਗੇ। ਇਹ ਵੀ ਚਾਹੁੰਦੇ ਸੀਗੇ ਕਿ ਲੋਕਤਾਂਤਰਿਕ ਸਰਕਾਰ ਬਣੇ, ਧਰਮ ਨਿਰਪੇਖ ਸਰਕਾਰ ਬਣੇ। ਤਾਂ ਉਹ ਜਿਹੜੇ ਪਹਿਲੇ ਧੜੇ ਵਾਲੇ ਸੀਗੇ ਵਖਾਵਾਕਾਰੀ ਤੇ ਇਹ ਦੂਸਰੇ ਧੜੇ ਵਾਲੇ, ਇਹ ਇਕੱਠੇ ਹੋ ਗਏ ਤੇ ਉੱਥੇ ਲੜਾਈ ਦਾ ਮੁੱਢ ਵੱਜ ਗਿਆ। ਫਿਰ ਬਾਅਦ ਦੇ ਵਿੱਚ ਹੋਇਆ ਕਿ ਮੌਕਾ ਪਾ ਕੇ ਕੁਰਦਾਂ ਨੇ ਆਪਣੇ ਇੱਕ ਨਾਰਥ ਦੇ ਵਿੱਚ ਮੁਲਕ ਦਾ ਐਲਾਨ ਕਰ ਦਿੱਤਾ ਜਿਹਦਾ ਨਾਂ ਸੀ ਰਜ਼ਾਵਾ। ਫਿਰ ਚਲਦਿਆਂ ਅੱਗੇ ਇੱਕ ਹੋਰ ਧੜਾ ਉੱਠ ਪਿਆ, ਤੁਹਾਨੂੰ ਪਤਾ ਹੀ ਆ, ਉਹ IS ਵਾਲਿਆਂ ਦਾ ਸੀਗਾ। ਵੈਸੇ ਉਹ ਤੋਂ ਪਹਿਲਾਂ ਅਲ-ਕਾਇਦਾ ਆਇਆ। ਅਲ-ਕਾਇਦਾ ਕਿਉਂ ਆਇਆ? ਕਿਉਂਕਿ 2012 ਦੇ ਕਰੀਬ ਇੱਥੇ ਫਿਰ ਜਿਹਾਦ ਦਾ ਐਲਾਨ ਹੋ ਗਿਆ, ਕੱਟੜਪੰਥੀਆਂ ਵੱਲੋਂ ਜਿਹਾਦ ਦਾ ਐਲਾਨ ਕਰ ਦਿੱਤਾ ਗਿਆ। ਉਹਦਾ ਕਾਰਨ ਇਹ ਸੀਗਾ ਕਿ ਬਸ਼ਰ ਅਲ ਅਸਦ ਹੈ ਜਿਹੜਾ ਉਹ ਸ਼ੀਆ ਕਮਿਊਨਿਟੀ ਨੂੰ ਤਾਲੁਕ ਕਰਦਾ ਹੈ, ਉਹਦਾ ਤਾਲੁਕ ਹੈ ਜਿਹੜਾ ਉਹ ਸ਼ੀਆ ਕਮਿਊਨਿਟੀ ਦੇ ਨਾਲ ਆ। ਹੁਣ ਸ਼ੀਆ ਉੱਥੇ ਹੈਗੇ ਸਿਰਫ 12-13% ਤੇ ਜਿਹੜੇ ਸੁੰਨੀ ਆ ਉਹ 82-83% ਹੈ। ਫਿਰ ਇੱਕ ਧੜਾ ਇਹ ਕੱਟੜਪੰਥੀਆਂ ਦਾ ਵੀ ਇੱਥੇ ਆ ਗਿਆ ਔਰ ਸਾਰੀ ਦੁਨੀਆ 'ਚ ਲੜਾ ਕੇ ਇੱਥੇ ਧੁੱਕਣੇ ਸ਼ੁਰੂ ਹੋ ਗਏ। ਯਾਨੀ ਇਸ ਤਰ੍ਹਾਂ 4-5 ਧੜੇ ਬਣ ਗਏ। ਤਾਂ ਜਿਹੜਾ ਬਸ਼ਰ ਅਲ ਅਸਦ ਸੀਗਾ ਉਹ ਸਪੋਰਟ ਕਰਦਾ ਪਿਆ ਸੀ ਸ਼ੁਰੂ ਤੋਂ ਰਸ਼ੀਆ, ਔਰ ਇਸ ਤੋਂ ਇਲਾਵਾ ਬਾਅਦ ਦੇ ਵਿੱਚ ਈਰਾਨ ਵੀ ਉੱਥੇ ਆ ਗਿਆ। ਈਰਾਨ ਦੇ ਨਾਲ ਹਿਜ਼ਬੁੱਲਾ ਵੀ ਆ ਗਿਆ। ਹਿਜ਼ਬੁੱਲਾ ਦੇ ਨਾਲ ਜਿਹੜੇ ਮੁਸਲਿਮ ਬ੍ਰਦਰਹੁੱਡ ਵਾਲੇ ਆ ਉਹ ਵੀ ਆ ਗਏ, ਕਿਉਂਕਿ ਉਹਨਾਂ ਦੀ ਕੁਝ ਸਮੇਂ ਲਈ ਸਰਕਾਰ ਜਿਹੜੀ ਆ ਮਿਸਰ 'ਚ ਬਣ ਚੁੱਕੀ ਸੀ। ਸੋ ਸਾਰੇ ਇੱਥੇ ਆ ਗਏ ਜਦੋਂ। ਤੇ ਹੋਇਆ ਹੈ ਕਿ ਈਰਾਨ ਦੇ ਜਿਹੜੇ ਕੱਟੜ ਵਿਰੋਧੀ ਸੀ ਖਾੜੀ ਦੇਸ਼ ਜਿੱਦਾਂ ਸਾਊਦੀ ਅਰਬ, ਕਤਰ ਵਗੈਰਾ, ਇਹ ਵੀ ਆ ਗਏ। ਇਹਨਾਂ ਨੇ ਨਾਲ ਜਾਰਡਨ ਨੂੰ ਵੀ ਰਲਾ ਲਿਆ ਕਿ ਕੱਲ ਨੂੰ ਇਹ ਅੱਗ ਤੁਹਾਡੇ ਵਿਹੜੇ ਨੂੰ ਵੀ ਪੈ ਸਕਦੀ ਹੈ। ਜਾਰਡਨ ਵੀ ਰਲ ਗਿਆ। ਸੋ ਇੱਥੇ ਫਿਰ ਕੁੱਲ ਮਿਲਾ ਕੇ 2013 ਦੇ ਵਿੱਚ ਇੱਕ ਕਮਾਂਤਰੀ ਯੁੱਧ ਦਾ ਅਖਾੜਾ ਹੀ ਬਣ ਗਿਆ। ਤਾਂ ਅੱਗੇ ਚੱਲ ਕੇ ਇਹਨੇ ਇੱਕ ਬਹੁਤ ਵੱਡੀ ਗਲਤੀ ਕਰ ਦਿੱਤੀ ਬਸ਼ਰ ਅਲ ਅਸਦ ਨੇ। ਇਹਦੀ ਫੌਜ ਨੇ ਸਿਰਿਨ ਗੈਸ ਵਰਤ ਕੇ 700 ਸਿਵਿਲੀਅਨ ਇੱਕੋ ਝਟਕੇ 'ਚ ਮਾਰ ਦਿੱਤੇ। ਫਿਰ ਬੜੀ ਤਰਾਈ ਹੋਈ ਸੰਸਾਰ ਦੇ ਵਿੱਚ ਔਰ ਲੱਗਿਆ ਸੀਗਾ ਕਿ ਅਸਦ ਦਾ ਹੁਣ ਸੂਰਜ ਹੈ ਜਿਹੜਾ ਉਹ ਅਸਤ ਹੋ ਜਾਊਗਾ। ਔਰ ਤੁਹਾਨੂੰ ਯਾਦ ਹੋਣਾ ਤੁਹਾਡੇ ਅਮਰੀਕਾ ਦੇ ਵਿੱਚ ਸੈਨੇਟ ਦੇ ਅੰਦਰ ਇੱਕ ਮਤਾ ਵੀ ਲਿਆਂਦਾ ਗਿਆ ਸੀਗਾ ਕਿ ਸਿੱਧਾ ਅਟੈਕ ਕਰ ਦਿੱਤਾ ਜਾਵੇ ਓਬਾਮਾ ਨੇ, ਪਰ ਉਹ ਡਿੱਗ ਪਿਆ ਸੀਗਾ ਕਿਉਂਕਿ ਅਮਰੀਕਾ ਪਹਿਲਾਂ ਹੀ ਇਰਾਕ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਾ ਚੁੱਕਾ ਸੀਗਾ ਆਪਣਾ। ਬਾਅਦ ਦੇ ਵਿੱਚ ਫਿਰ ਕੋਸ਼ਿਸ਼ਾਂ ਹੋਈਆਂ, ਪਰ ਹੋਇਆ ਕਿ 2014 ਦੇ ਵਿੱਚ ਅਲ-ਕਾਇਦਾ ਤੇ IS ਵੱਖੋ-ਵੱਖ ਹੋ ਗਏ। ਇੱਕ ਬਹੁਤ ਵੱਡੀ ਘਟਨਾ ਸੀਗਾ। IS ਜਿਹੜੀ ਸੀਗੀ ਇਹ ਇਰਾਕ ਚੋਂ ਪਨਪੀ ਜਦੋਂ ਅਮਰੀਕੀ ਫੌਜ ਦੇ ਇੱਥੋਂ ਪੈਰ ਉਖੜਨੇ ਸ਼ੁਰੂ ਹੋਏ। ਤਾਂ ਇਹ ਧੜਾ ਜਦੋਂ ਅੱਡ ਹੋਇਆ ਇਹਨਾਂ ਨੇ ਫਿਰ ਧੜ ਉੱਥੇ ਲੋਕਾਂ ਤੇ ਤਸ਼ੱਦਦ ਸ਼ੁਰੂ ਕਰ ਦਿੱਤੇ। ਫਿਰ ਅਮਰੀਕਾ ਨੇ ਇੱਕ ਫੈਸਲਾ ਲਿਆ ਸੀਗਾ ਕਿ ਕਿਉਂ ਨਾ ਅਸੀਂ ਦੂਜੇ ਜਿਹੜੇ ਬਾਗੀ ਧੜੇ ਆ ਉਹਨਾਂ ਦੀ ਟ੍ਰੇਨਿੰਗ ਜ਼ਰੀਏ, ਹਥਿਆਰਾਂ ਜ਼ਰੀਏ ਇਮਦਾਦ ਕਰੀਏ। ਉਹ ਫੇਲ ਹੋ ਗਿਆ ਫਾਰਮੂਲਾ। ਫਿਰ ਪੈਂਟਾਗਨ ਰਾਹੀਂ ਇਹਨਾਂ ਨੇ ਪ੍ਰਤੱਖ ਰੂਪ 'ਚ ਵੀ ਇਸ ਤਰ੍ਹਾਂ ਦਾ ਇੱਕ ਫੈਸਲਾ ਕੀਤਾ, ਪਰ ਕੱਲ ਕੋਈ ਵੀ ਤੋੜ ਨਹੀਂ ਚਲੀ। ਤਾਂ ਫਿਰ ਹੋਇਆ ਇਹ ਕਿ ਇੱਕ ਪਾਸੇ ਜਿਹੜੇ ਸੀਗੇ ਪ੍ਰਦੇਸ਼ ਉਹ ਤੁਰਕੀ ਦੇ ਵਿੱਚ ਬੰਬਾਰੀ ਕਰਨ ਲੱਗ ਪਏ। ਉਹਨਾਂ ਨੂੰ ਇਹ ਲੱਗਿਆ ਕਿ ਹੁਣ ਮੌਕਾ, ਕਿਉਂਕਿ ਨਾਰਥ ਦੇ ਵਿੱਚ ਸੀਰੀਆ ਦੇ ਅੰਦਰ ਉਹਨਾਂ ਦਾ ਆਪਣਾ ਦੇਸ਼ ਐਲਾਨਿਆ ਜਾ ਚੁੱਕਾ। ਉਹਨਾਂ ਨੇ ਤੁਰਕੀ ਦੇ ਵਿੱਚ ਵੀ ਜਿਹੜੇ ਹਮਲੇ ਸੀਗੇ ਤੇਜ਼ ਕਰ ਦਿੱਤੇ, ਕਿਉਂਕਿ ਕੁਰਦ ਵੰਡੇ ਹੋਏ ਆ, ਅੱਧੇ ਉੱਧਰ ਆ, ਅੱਧੇ ਉੱਧਰ ਆ, ਅੱਧੇ ਇਰਾਕ ਦੇ ਵਿੱਚ ਆ। ਤਾਂ ਜਦੋਂ ਕੁਰਦਾਂ ਨੇ ਉੱਥੇ ਬੰਬਾਰੀ ਸ਼ੁਰੂ ਕੀਤੀ, ਤੁਰਕੀ ਵੀ ਆ ਗਿਆ। ਤਾਂ ਹੋਇਆ ਕਿ ਜਿਹੜਾ ਅਸਦ ਸੀਗਾ ਇਹ ਭੱਜਣ ਹੀ ਲੱਗਾ ਸੀਗਾ, ਬਹੁਤ ਬੁਰੀ ਤਰ੍ਹਾਂ ਘਿਰ ਗਿਆ ਸੀਗਾ, ਕਿਉਂਕਿ ਅਮਰੀਕਾ ਬਾਗੀ ਧੜਿਆਂ ਨੂੰ ਇਮਦਾਦ ਕਰ ਰਿਹਾ ਸੀਗਾ। ਇਹਨਾਂ ਨੇ ਤੁਰਕੀ ਵਾਲਿਆਂ ਨੇ ਵੀ ਹਮਲੇ ਸ਼ੁਰੂ ਕਰ ਦਿੱਤੇ। ਖਾੜੀ ਦੇਸ਼ ਵਾਲੇ ਵੀ ਜਿਹੜੇ ਸੀਗੇ ਉਹ ਵੀ ਇੱਥੇ ਆ ਕੇ ਅੱਗ ਵਰਾ ਰਹੇ ਸੀਗੇ। ਤਾਂ ਜਦੋਂ ਬਸ਼ਰ ਅਲ ਅਸਦ ਬਿਲਕੁਲ ਭੱਜਣ ਦੇ ਕਗਾਰ ਤੇ ਹੋ ਗਿਆ ਤਾਂ ਐਨ ਮੌਕੇ ਤੇ ਫਿਰ ਐਂਟਰੀ ਮਾਰ ਗਿਆ ਰਸ਼ੀਆ ਨੇ ਉਹਨੂੰ ਬਚਾ ਲਿਆ। ਰਸ਼ੀਆ ਨੇ ਸਿੱਧੇ ਹਮਲੇ ਸ਼ੁਰੂ ਕਰ ਦਿੱਤੇ 2015 ਦੇ ਵਿੱਚ। ਤਾਂ 2016 ਚ ਫਿਰ ਸੀਜ਼ ਫਾਇਰ ਹੋਏ ਅਮਰੀਕਾ ਔਰ ਰਸ਼ੀਆ ਦੇ ਦਰਮਿਆਨ ਪਰ ਗੱਲਬਾਤ ਜਿਹੜੀ ਆ ਉਹ ਤੋੜ ਨਹੀਂ ਚੜੀ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਕਿ IS ਨੇ ਜਿਸ ਤਰੀਕੇ ਨਾਲ ਉੱਥੇ ਤਾਂਡਵ ਕੀਤਾ, 2017 ਦਾ ਅੰਤ ਹੁੰਦਿਆਂ IS ਤੇ ਨਿਕਲ ਗਈ ਉੱਥੋਂ। ਪਰ ਅਸਲ ਦੇ ਵਿੱਚ ਪੰਗਾ ਉਦੋਂ ਪਿਆ
ਕਿ ਜਦੋਂ 2018 ਚੜ੍ਹਿਆ ਕਿ ਥੋੜੇ ਮਹੀਨੇ ਕੁਛ ਮਹੀਨੇ ਉਹਨਾਂ ਨੂੰ ਸੁੱਖ ਦਾ ਸਾਹ ਆਇਆ ਸੀਰੀਆ ਵਾਲਿਆਂ ਨੂੰ। IS ਖਤਮ ਹੋਣ ਕਰਕੇ ਕੁਰਦਿਸ਼ ਸੀਗੇ ਜਿਹੜੇ, ਉਹਨਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਪੈਰ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ। ਦੂਜੇ ਲੜਾਕੇ ਸੀਗੇ ਜਿਹੜੇ, ਉਹ ਵੀ ਥੋੜੇ ਠੰਡੇ ਪੈ ਗਏ। ਪਰ ਹੋਇਆ ਕੀ ਆ ਕਿ 20 ਜਨਵਰੀ 2018 ਨੂੰ ਤੁਰਕੀ ਨੇ ਫਿਰ ਚੜ੍ਹਾਈ ਕਰ ਦਿੱਤੀ ਇੱਥੇ। ਉਹਦਾ ਕਾਰਨ ਇਹ ਸੀਗਾ ਕਿ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਆ ਐਰਦੋਗਨ, ਉਹਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜੇ ਕੁਰਦ ਆ ਇਹਨਾਂ ਨੇ ਆਪਣਾ ਦਬਦਬਾ ਪੂਰਾ ਕਾਇਮ ਕਰ ਲਿਆ, ਹੋ ਸਕਦਾ ਕੱਲ ਨੂੰ ਤੁਰਕੀ ਤੇ ਚੜ੍ਹਾਈ ਕਰ ਦੇ, ਤੁਰਕੀ ਨੂੰ ਖਰਾਬ ਕਰਨ। ਉਹ ਪਹਿਲਾਂ ਹੀ ਤਖਤਾ ਪਲਟ ਤੋਂ ਅੱਕਿਆ ਪਿਆ ਸੀਗਾ, ਕਿਉਂਕਿ 2016 ਦੇ ਵਿੱਚ ਇੱਕ ਕੋਸ਼ਿਸ਼ ਹੋ ਚੁੱਕੀ ਸੀ ਉਹਨੂੰ ਤਖਤਾ ਪਲਟਣ ਦੀ, ਉਹ ਚੱਲਣੀ ਪਈ ਸੀਗੀ। ਇਹਨਾਂ ਨੇ ਜਦੋਂ ਫਿਰ ਹੁਣ ਚੜ੍ਹਾਈ ਕੀਤੀ ਆ, ਉਹਦੇ ਵਿੱਚ ਇਜ਼ਰਾਈਲ ਵੀ ਆ ਔਰ ਜਰਮਨ ਤੇ ਤੁਰਕੀ ਦਾ ਚਾਪਲੂਸ ਬਣਿਆ ਪਿਆ ਬਹੁਤ ਵੱਡਾ। ਇਜ਼ਰਾਈਲ ਨੇ ਆਪਣੇ ਹਥਿਆਰ ਤੋਂ ਤੁਹਾਨੂੰ ਪਤਾ ਵਿੱਚ ਨਹੀਂ ਹੁੰਦੇ ਆ, ਸੋ ਉਹ ਵੀ ਨਾਲ ਆ ਗਏ ਆ। ਅਮਰੀਕਾ ਵੀ ਹਮਲੇ ਕਰਦਾ ਪਿਆ, ਰਸ਼ੀਆ ਵੀ ਹਮਲੇ ਕਰਦਾ ਪਿਆ। ਹੁਣ ਉੱਥੇ ਜੋ ਮਿਧਿਆ ਜਾ ਰਿਹਾ ਉਹ ਆ ਆਵਾਮ, ਇਨਸਾਨ, ਕਿਉਂਕਿ ਜਿਹੜੇ ਉੱਥੋਂ ਦੇ ਲੋਕਲ ਗਰੁੱਪ ਆ ਉਹ ਵੀ ਲੜੀ ਜਾਂਦੇ ਆ। ਘੱਟ ਗਿਣਤੀਆਂ ਵਾਲੇ ਜਿਵੇਂ ਐਲਵਾਈਟ ਨੇ, ਜਿਵੇਂ ਕ੍ਰਿਸਚਨ ਨੇ ਜਾਂ ਹੋਰ ਨੇ ਕੁਛ ਸਮੁਦਾਇ ਉੱਥੇ, ਤਾਂ ਉਹ ਸਾਰੇ ਹੀ ਨੁਕਸਾਨੇ ਜਾ ਰਹੇ ਆ, ਚਾਹੇ ਸ਼ੀਆ ਹੋਣ ਚਾਹੇ ਐਲਵਾਈਟ ਹੋਣ, ਕੋਈ ਵੀ ਹੋਵੇ। ਉੱਥੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਕੁਛ ਲਿਆ ਜਾ ਰਿਹਾ, ਕਲਸਟਰ ਬੰਬ ਸੁੱਟੇ ਜਾ ਰਹੇ ਆ। ਪਿੱਛੇ ਜੇ ਉੱਥੇ 300 ਸ਼ਹਿਰੀ ਮਾਰੇ ਗਏ ਆ ਜਿਨ੍ਹਾਂ ਦੀਆਂ ਫੋਟੋਆਂ ਹੁਣ ਨਿਕਲਦੀਆਂ ਪਈਆਂ। ਅਸਲ ਦੇ ਵਿੱਚ ਕਹਾਣੀ ਇਹ ਬੜੀ ਜ਼ਿਆਦਾ ਉਲਝਵੀਂ ਆ ਕਿ ਤੁਰਕੀ ਦੇਖੋ, ਇੱਕ ਪਾਸੇ ਤੇ ਅਮਰੀਕਾ ਦਾ ਸਾਥੀ ਆ, ਨਾਟੋ ਮੈਂਬਰ ਵੀ ਆ, ਦੂਜੇ ਪਾਸੇ ਉਹ ਕੁਰਦਾਂ ਨੂੰ ਮਾਰਦਾ ਪਿਆ, ਉਹ ਕੁਰਦ ਜਿਹੜੇ IS ਨਾਲ ਲੜਦੇ ਪਏ ਸੀਗੇ। ਸੋ ਸਾਰੇ ਪਾਸੇ ਉਲਝਵੀਂ ਦੀ ਕਹਾਣੀ ਬਣੀ ਪਈ ਆ। ਕੋਈ ਕਿਹਦੇ ਨਾਲ ਖਲੋਤਾ ਨਜ਼ਰ ਆਉਂਦਾ, ਕੋਈ ਕਿਹਦੇ ਨਾਲ ਖਲੋਤਾ ਨਜ਼ਰ ਆਉਂਦਾ। 70-75 ਉੱਥੇ ਗਰੁੱਪ ਆ, ਸਮਝ ਨਹੀਂ ਲੱਗਦੀ ਕਿ ਕਿਹੜਾ ਕਿਹਦੇ ਖਿਲਾਫ ਲੜਦਾ ਪਿਆ। ਸਾਰੇ ਹੀ ਸਾਰਿਆਂ ਦੇ ਖਿਲਾਫ ਲੜਦੇ ਪਏ। ਸੋ ਇਹ ਹਾਲਾਤ ਨੇ ਉੱਥੇ ਵਰਤਮਾਨ ਦੇ ਵਿੱਚ, ਹਾਲਾਤ ਬਹੁਤ ਹੀ ਜ਼ਿਆਦਾ ਗੰਭੀਰ ਹੋ ਗਿਆ। ਜੇ ਹੁਣ ਤੱਕ ਨੁਕਸਾਨ ਦੀ ਗੱਲ ਕਰੀਏ ਤਾਂ ਦੇਖੋ 2016 ਤੱਕ ਹੀ ਉੱਥੇ 4,70,000 ਬੰਦਾ ਮਰ ਚੁੱਕਾ ਸੀਗਾ ਔਰ 19 ਲੱਖ ਦੇ ਕਰੀਬ ਫੱਟੜ ਸੀਗਾ। 60-65 ਲੱਖ ਦੇ ਕਰੀਬ ਉਹ ਬੰਦਾ ਜਿਹੜਾ ਬੇਘਰ ਹੋਇਆ। ਉਮਰ ਔਸਤਨ ਜਿਹੜੀ ਉਮਰ ਹੁੰਦੀ ਹੈ ਕਿਸੇ ਦੇਸ਼ ਦੀ, ਉਹ 75 ਤੋਂ ਘੱਟ ਕੇ ਉੱਥੇ 50 ਸਾਲ ਹੋ ਗਈ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪੋਲੀਓ ਖਤਮ ਹੋ ਗਿਆ ਸੀ ਉਸ ਦੇਸ਼ ਦੇ ਵਿੱਚ, ਪੋਲੀਓ ਵੀ ਦੁਬਾਰਾ ਆ ਗਿਆ ਕਿਉਂਕਿ ਜਿਹੜਾ ਸਿਹਤ ਸਹੂਲਤਾਂ ਦਾ ਢਾਂਚਾ ਹੁੰਦਾ ਉਹ ਬਿਲਕੁਲ ਖਤਮ ਹੋ ਚੁੱਕਾ। ਤੇ ਢਾਂਚਾ ਤਾਂ ਵੈਸੇ ਹੈ ਹੀ ਨੀ ਗਾ, ਨਾ ਸੜਕੀ, ਨਾ ਬਿਜਲੀ, ਨਾ ਸੰਚਾਰ, ਕੋਈ ਢਾਂਚਾ ਨਹੀਂ ਬਚਿਆ। ਸਿਰਫ ਤੇ ਸਿਰਫ ਉਜੜੇ ਖੰਡਰ ਹੀ ਹੈ ਬਸ, ਹੋਰ ਤੇ ਕੁਛ ਨਹੀਂ ਹੈ। ਸੋ ਬਹਰਹਾਲ ਇਹੀ ਕਿਹਾ ਜਾ ਸਕਦਾ ਕਿ ਜੋ ਤੇ ਹਾਲਾਤ ਬਣੇ ਪਏ ਆ, ਉਹਨਾਂ ਹਾਲਾਤਾਂ ਚੋਂ ਅਸੀਂ ਇਹ ਇਮਕਾਨ ਰੱਖੀਏ, ਉਮੀਦ ਰੱਖੀਏ ਕਿ ਬਹੁਤ ਜਲਦੀ ਉੱਥੇ ਹਾਲਾਤ ਸੁਖਾਵੇਂ ਹੋ ਜਾਣਗੇ। ਇਹੋ ਜਿਹਾ ਮੇਰੇ ਖਿਆਲ ਦੇ ਨਾਲ ਕੋਈ ਕਿਆਫਾ ਜਿਹੜਾ ਉਹ ਸੱਚਾ ਸਾਬਤ ਨਹੀਂ ਹੋ ਸਕਦਾ। ਉਲਟਾ ਡਰ ਤੇ ਇਸ ਗੱਲ ਦਾ ਹੈ ਕਿ ਜਿਸ ਤਰੀਕੇ ਨਾਲ ਉਲਝੇ ਪਏ ਆ, ਔਰ ਇਸ ਉਲਝਣ ਦੇ ਵਿੱਚ ਦੇਖੋ ਤੇਲ ਦੀ ਵੀ ਖੇਡ ਆ, ਅਮਰੀਕਾ ਆਪਣੀ ਖੇਡ ਖੇਡਦਾ ਪਿਆ। ਰਸ਼ੀਆ ਦਾ ਇਹ ਇੰਟਰਸਟ ਆ ਕਿ ਰਸ਼ੀਆ ਉਹਨਾਂ ਦੀ ਇੱਕ ਬੰਦਰਗਾਹ ਵਰਤਦਾ ਜੋ ਮੈਡੀਟੇਰੀਅਨ ਸੀ ਦੇ ਉੱਤੇ ਕੰਟਰੋਲ ਕਰਾਉਂਦੀ ਉਹਨਾਂ ਦਾ। ਦੂਸਰਾ ਇਹ ਆ ਕਿ ਅਮਰੀਕਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਇਸ ਖਿੱਤੇ ਤੋਂ ਦੂਰ ਰੱਖਣਾ ਚਾਹੁੰਦਾ, ਉਹਨਾਂ ਦਾ ਆਪਣਾ ਇੰਟਰਸਟ ਆ। ਤੁਰਕੀ ਵਾਲਿਆਂ ਦਾ ਆਪਣਾ ਇੰਟਰਸਟ ਆ। ਕੁਰਦ ਜਿਹੜੇ ਲੋਕ ਆ ਉਹ 6ਵੀਂ 7ਵੀਂ ਸਦੀ ਤੋਂ ਉੱਥੇ ਰਹਿੰਦੇ ਆ ਔਰ ਉਹਨਾਂ ਦੀ ਆਪਣੀ ਸੱਭਿਅਤਾ, ਆਪਣਾ ਉਹਨਾਂ ਦਾ ਧਾਰਮਿਕ ਅਕੀਦਾ ਔਰ ਇਸ ਤੋਂ ਇਲਾਵਾ ਉਹਨਾਂ ਦਾ ਆਪਣਾ ਇੱਕ ਰਾਜਨੀਤਿਕ ਸਿਧਾਂਤ ਆ ਕਿ ਅਸੀਂ ਆਜ਼ਾਦੀ ਲੈਣੀ ਆ। ਉਹ ਆਪਣੀ ਆਜ਼ਾਦੀ ਲਈ ਲੜਦੇ ਪਏ ਆ। ਜਿਹੜੇ ਉੱਥੇ ਮੋਡਰੇਟ ਧੜੇ ਆ ਉਹ ਲੋਕਤੰਤਰ ਦੀ ਬਹਾਲੀ ਲਈ ਲੜਦੇ ਪਏ ਆ। ਬਸ਼ਰ ਅਲ ਅਸਦ ਹੈ ਜਿਹੜਾ, ਉਹ ਇੱਕੋ ਚੀਜ਼ ਤੇ ਹੀ ਅੜਿਆ ਹੋਇਆ ਕਿ ਮੈਂ ਗੱਦੀ ਨਹੀਂ ਛੱਡਣੀ। ਚੀਨ ਵਾਲੇ ਵੀ ਕਹਿੰਦੇ, ਰਸ਼ੀਆ ਵਾਲੇ ਵੀ ਕਹਿੰਦੇ, ਕਿਉਂਕਿ ਚੀਨ ਦਾ ਵੀ ਦੇਖੋ ਨਾ ਇੰਟਰਸਟ ਆ। ਚੀਨ ਤੇ ਜ਼ਿੰਬਾਬਵੇ ਤੱਕ ਵੀ ਪਹੁੰਚਿਆ ਪਿਆ। ਚੀਨ ਦਾ ਵੀ ਇੰਟਰਸਟ ਆ ਕਿ ਅਮਰੀਕਾ ਨੂੰ ਧੱਕ ਕੇ ਆਪਾਂ ਇੱਥੇ ਬਹਿ ਜਾਵਾਂਗੇ ਆਰਾਮ ਨਾਲ, ਰਸ਼ੀਆ ਨਾਲ ਤੇ ਕਰ ਲਾਂਗੇ ਫੈਸਲਾ, ਘਰ ਦੀ ਗੱਲ ਹੀ ਹੈ। ਸੋ ਸਾਰਿਆਂ ਦੇ ਇੰਟਰਸਟ ਆ। ਹੁਣ ਇਹ ਸਾਰੇ ਹੀ ਆਪੋ ਵਿੱਚ ਵੀ ਜਦੋਂ ਲੜਦੇ ਪਏ ਤੇ ਮਰਦਾ ਉੱਥੇ ਕੌਣ ਪਿਆ? ਜ਼ਿਆਦਾਤਰ ਮਰਦੇ ਪਏ ਲੋਕ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਉੱਥੇ ਇੱਕ ਬਹੁਤ ਵੱਡਾ ਤੇਲ ਦਾ ਭੰਡਾਰ ਹੈ ਜਿਸ ਇਲਾਕੇ ਦੇ ਵਿੱਚ। ਹੁਣ ਉੱਥੇ ਉਦਯੋਗਪਤੀ ਵੀ ਆ ਗਏ ਆ, ਜਿਵੇਂ ਤੁਹਾਨੂੰ ਪਤਾ ਹੀ ਕਾਰਪੋਰੇਟ ਘਰਾਣੇ ਖੇਡਾਂ ਖੇਡਦੇ ਆ। ਉਹਨਾਂ ਨੇ ਕੀ ਕੀਤਾ ਕਿ ਰਸ਼ੀਆ ਦੀ ਇੱਕ ਏਜੰਸੀ ਤੋਂ ਇੱਕ ਹੋਰ ਉੱਥੋਂ ਦੀ ਨੇੜ ਦੀ ਕੋਈ ਲੋਕਲ ਏਜੰਸੀ ਆ, ਆਈਸ ਹੰਟਰ ਜਿਹਨੂੰ ਕਹਿੰਦੇ ਆ, ਉਹਨਾਂ ਤੋਂ ਕਿਰਾਏ ਤੇ ਫੌਜੀ ਲੈ ਲਏ ਆ, ਕਿਰਾਏ ਤੇ ਲੜਾਕੇ ਲੈ ਲਿਆ। ਉਹ ਜਿਹੜੇ ਕਾਰਪੋਰੇਟ ਘਰਾਣੇ ਆ ਬਸ਼ਰ ਅਲ ਅਸਦ ਦੇ ਨੇੜਲੇ ਆ, ਉਹ ਬਸ਼ਰ ਅਲ ਅਸਦ ਤੋਂ ਖੁੱਲ੍ਹ ਲੈ ਕੇ ਹੁਣ ਉਹ ਵੀ ਮੈਦਾਨ 'ਚ ਆ ਗਏ ਆ। ਉਹ ਕਿਰਾਏ ਦੇ ਫੌਜੀ ਦੱਸਦੇ ਆ ਜਿਹੜੇ, ਉਹ ਸਭ ਤੋਂ ਜ਼ਿਆਦਾ ਕਾਮ ਕਰਦੇ ਪਏ ਉੱਥੇ ਉਸ ਏਰੀਏ ਦੇ ਵਿੱਚ। ਸੋ ਉੱਥੇ ਕਿਉਂਕਿ ਅਮਰੀਕਨ ਪੱਖ ਧੜੇ ਦਾ ਜਿਹੜਾ
ਕਬਜ਼ਾ ਸੀਗਾ ਜੀ। ਸੋ ਉਸ ਕਬਜ਼ੇ ਨੂੰ ਤੁੜਵਾਉਣ ਲਈ ਉੱਥੇ ਬਹੁਤ ਜ਼ਿਆਦਾ ਕੰਮ ਕੀਤਾ ਜਾ ਰਿਹਾ। ਅਮਰੀਕਾ ਆਪਣੇ ਧੜੇ ਨੂੰ ਬਚਾ ਰਿਹਾ ਔਰ ਉੱਥੇ ਮਰ ਕੌਣ ਰਿਹਾ? ਸਿਵਿਲੀਅਨ। ਇਹ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ, ਮਨੁੱਖੀ ਅਧਿਕਾਰਾਂ ਦਾ ਹਨਨ ਆ, ਘੱਟ ਗਿਣਤੀਆਂ ਦਾ ਨਾਲ ਧੱਕਾ, ਜ਼ੁਲਮ ਹੀ ਜ਼ੁਲਮ ਆ। ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਤਾਂ ਚਾਰੇ ਪਾਸੇ ਉੱਥੇ ਤਬਾਹੀ ਦਾ ਹੀ ਗੁਬਾਰ ਆ, ਕੱਖ ਨਹੀਂ ਨਜ਼ਰ ਆਉਂਦਾ। ਤਾਂ ਬੁਰੇ ਹਾਲਾਤ ਆ। ਔਰ ਤੁਸੀਂ ਇੱਕ ਹੋਰ ਫੋਟੋ ਦੇਖੀ ਹੋਣੀ ਹੈ ਸ਼ਾਇਦ ਸੋਸ਼ਲ ਮੀਡੀਆ ਤੇ ਕਿ 4 ਕੁ ਸਾਲਾਂ ਦਾ ਬੱਚਾ ਜਿਹੜਾ ਉਹ ਝੋਲਾ ਚੁੱਕ ਕੇ ਤੁਰਿਆ ਜਾ ਰਿਹਾ ਜਾਰਡਨ ਦੇ ਬਾਰਡਰ ਨੂੰ ਔਰ ਸਿਕਿਉਰਿਟੀ ਗਾਰਡਸ ਉਹਨੂੰ ਘਿਰੇ ਹੋਏ ਆ। ਉਹਦਾ ਮਾਂ-ਬਾਪ ਦੱਸਦੇ ਆ ਕਿ ਮਰ ਗਿਆ ਵਿਚਾਰਾ, ਇਕੱਲਾ ਜਿੱਧਰ ਨੂੰ ਮੂੰਹ ਕੀਤਾ ਉਹਨੇ ਹੋ ਤੁਰਿਆ। ਸੋ ਇਹ ਸਾਰੀਆਂ ਚੀਜ਼ਾਂ ਉੱਥੇ ਵਾਪਰਦੀਆਂ ਪਈਆਂ। ਜ਼ਿੰਦਗੀ ਬਿਲਕੁਲ ਉੱਥੇ ਖਤਮ ਹੋ ਚੁੱਕੀ ਹੈ ਜੇ ਬਚੀ ਆ। ਤੇ ਇਹੋ ਜਿਹੇ ਹਾਲਾਤ ਨੇ ਜਿੱਦਾਂ ਆਪਾਂ ਸੁਣਿਆ ਸੀਗਾ ਨਾ ਬਜ਼ੁਰਗਾਂ ਤੋਂ ਕਿ 12 ਕੋਹ ਤੇ ਦੀਵਾ ਬਲਦਾ। ਉੱਥੇ 12 ਕੋਹ ਤੇ ਦੀਵਾ ਬਲਦਾ ਕਿਉਂਕਿ ਵਸੋਂ ਥੋੜੀ ਸੀਗੀ। 2011 ਦੇ ਮੁਤਾਬਕ ਉੱਥੇ ਵਸੋਂ ਮਹਿਜ਼ 2 ਕਰੋੜ 20 ਲੱਖ ਸੀਗੀ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੇ ਲੱਖ ਬੰਦੇ ਤਾਂ ਮਰ ਗਏ, ਕਿੰਨੇ ਲੱਖ ਹਿਜਰਤ ਕਰਕੇ ਬਚਿਆ ਕੀ ਹੋਊਗਾ? ਬਚਿਆ ਉਹੀ ਆ ਕਿ ਜਿਹੜਾ ਬੇਵਸ ਆ ਕਿਤੇ ਭੱਜਣ ਤੋਂ, ਸਿਰਫ ਤੇ ਸਿਰਫ ਮੌਤ ਦੇ ਹਵਾਲੇ ਕਰਕੇ ਖੁਦ ਨੂੰ ਬੈਠਾ ਕਿ ਕਦੋਂ ਮੌਤ ਰਾਣੀ ਆਵੇ ਤੇ ਕਦੋਂ ਮੈਨੂੰ ਲੈ ਜਾ, ਜਾਂ ਇਹ ਸੋਚ ਕੇ ਬੈਠਾ ਕਿ ਸ਼ਾਇਦ ਕੱਲ ਨੂੰ ਭਲੇ ਦਿਨ ਆ ਜਾਣਗੇ। ਪਰ ਜੋ ਉੱਥੇ ਹਾਲਾਤ ਬਣੇ ਆ ਤਾਂ ਹਾਲਾਤਾਂ ਦੇ ਪਿੱਛੇ ਅੱਜ ਦਾ ਜਿਹੜਾ ਦੇਖੀਏ ਵਰਤਾਰਾ ਤੇ ਉਹ ਇਹ ਆ ਕਿ ਉੱਥੇ ਕੋਲਡ ਵਾਰ ਵੀ ਚੱਲਦੀ ਪਈ ਹੈ ਰਸ਼ੀਆ ਅਮਰੀਕਾ ਦੀ। ਉੱਥੇ ਧਾਰਮਿਕ ਯੁੱਧ ਵੀ ਚੱਲਦਾ ਪਿਆ ਸ਼ੀਆਂ ਸੁਨੀਆਂ ਦਾ। ਉੱਥੇ ਅੰਦਰੂਨੀ ਖਾਨਾ ਜੰਗੀ ਦੀ ਸਿਵਲ ਵਾਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਵੀ ਚੱਲੀ ਜਾਂਦੀ ਹੈ। ਯਾਨੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਉੱਥੇ। ਇਹ ਤੇ ਇੱਕ ਚੀਜ਼ ਨਹੀਂ ਮਾਣਦੀ, ਇਹ ਤੇ ਕਈ ਕਿਸਮ ਦੀ ਅੱਗ ਆ। ਅੱਗ ਤੇ ਇੱਕ ਕਿਸਮ ਦੀ ਨਹੀਂ ਮਾਣ, ਇਹ ਕਈ ਕਿਸਮ ਦੀ ਅੱਗ ਆ। ਮੈਨੂੰ ਨਹੀਂ ਲੱਗਦਾ ਨੇੜਲੇ ਸਮੇਂ 'ਚ ਇਹਦਾ ਕੋਈ ਹੱਲ ਨਿਕਲੂਗਾ। ਹਾਂ, ਕੌਮਾਂਤਰੀ ਪੰਚਾਇਤ ਜਿਹੜੀ ਕਿ ਇਸ ਸਮੇਂ ਨੂੰ ਹੱਥ ਕਰਕੇ ਮੁਸ਼ਕਾਂ ਆਪਣੀਆਂ ਬਣਵਾ ਚੁੱਕੀ ਹੈ ਤਾਕਤਵਰ ਧਿਰਾਂ ਦੇ ਹੱਥੋਂ, ਉਹ ਕੋਸ਼ਿਸ਼ ਕਰੇ ਜਾਂ ਹੋਰ ਜਿਹੜੇ ਕੌਮਾਂਤਰੀ ਸੰਗਠਨ ਨੇ ਉਹ ਅੱਗੇ ਆਉਣ, ਸਾਰੇ ਧੜਿਆਂ ਨੂੰ ਰਾਜੀ ਕਰ ਲੈਣ, ਉੱਥੇ ਕੋਈ ਚੰਗੀ ਗੌਰਮੈਂਟ ਬਿਠਾ ਦੇਣ, ਸਾਰੇ ਆਪੋ ਆਪਣੇ ਹਿੱਤ ਛੱਡ ਕੇ ਉੱਥੋਂ ਦੇ ਲੋਕਾਂ ਦੇ ਹਿੱਤ ਬਾਰੇ ਸੋਚਣ ਤੇ ਸ਼ਾਇਦ ਗੱਲ ਬਣ ਸਕਦੀ ਹੈ। ਪਰ ਲੰਮਾ ਸਮਾਂ ਲੱਗੇਗਾ, ਫਿਰ ਵੀ ਜ਼ਿੰਦਗੀ ਲੀਹ ਕੇ ਚੱਲੇਗਾ ਜੇ ਸਾਰਾ ਸੰਸਾਰ ਰਲ ਮਿਲ ਕੇ ਉੱਤੇ ਯਤਨ ਕਰੇ, ਕਿਉਂਕਿ ਤਬਾਹੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਪਰ ਇਹ ਸਾਰੀ ਖੇਡ ਹੈ ਜਿਹੜੀ, ਉਹ ਖੇਡ ਇਹ ਹੈ ਕਿ ਆਦਮ ਜ਼ਾਤ ਤੇ ਹੁਣ ਉਤਪਾਦ ਹੈ ਜਿਹੜਾ ਉਤਪਾਦਨ ਹੈ, ਜਿਹਨੂੰ ਆਪਾਂ ਪੈਸਾ ਕਹਿ ਦਿੰਦੇ, ਪੂੰਜੀ ਕਹਿ ਦਿੰਦੇ ਆ, ਇਹ ਆਦਮ ਜ਼ਾਤ ਤੇ ਜਦੋਂ ਉਤਪਾਦ ਭਾਰੀ ਪਿਆ ਨਾ, ਸਾਰੀ ਤਬਾਹੀ ਦਾ ਉਦੋਂ ਬਚਿਆ। ਸੋ ਇਹ ਬੰਦੇ ਨੇ ਕੀਤੀ ਹੈ ਤਬਾਹੀ, ਇਹਦੇ ਚ ਕੋਈ ਪਰਮੇਸ਼ਰ ਦਾ ਦੋਸ਼ ਨਹੀਂ, ਕੋਈ ਪਰਮਾਤਮਾ ਦਾ ਦੋਸ਼ ਨਹੀਂ। ਜਦੋਂ ਬੰਦਾ ਬੰਦੇ ਨੂੰ ਖਾਂਦਾ ਨਜ਼ਰ ਆਉਂਦਾ ਤਾਂ ਫਿਰ ਇਹ ਜਿਹੜੇ ਲੋਕ ਪਿੰਡੇ ਤੇ ਹੰਡਾਉਂਦੇ ਪਏ ਸੰਤਾਪ, ਇਹੋ ਜਿਹੇ ਲੋਕ ਪਤਾ ਨਹੀਂ ਅੱਗੇ ਜਾ ਕੇ ਆਪਣਾ ਭਵਿੱਖ ਬਾਰੇ ਸੋਚਣਗੇ ਜਾਂ ਆਪਣੀ ਜ਼ਿੰਦਗੀ ਬਚਾਉਣ ਬਾਰੇ ਸੋਚਣਗੇ। ਬਿਲਕੁਲ, ਕਿਉਂਕਿ ਮੈਨੂੰ ਲੱਗਦਾ ਕਿ ਜ਼ਿੰਦਗੀ ਬਚਾਉਣੀ ਉਹ ਸਭ ਤੋਂ ਵੱਡੀ ਉੱਥੇ ਚੁਣੌਤੀ ਬਣੀ ਹੋਈ ਆ ਬਨਸਪਤੀ ਇਸ ਦੇ ਕੇ ਉਹ ਆਪਣਾ ਭਵਿੱਖ ਸੋਚਣ ਕਿ ਸਾਡਾ ਭਵਿੱਖ ਕੀ ਹੋਊਗਾ। ਹਾਲ ਦੀ ਘੜੀ ਉੱਥੋਂ ਦੇ ਲੋਕ ਉਹ ਪਿੰਡੇ ਤੇ ਸੰਤਾਪ ਹੰਡਾਉਂਦੇ ਪਏ ਆ, ਜਿਹੜੇ ਸੰਤਾਪ ਨੂੰ ਵੇਖ ਕੇ ਅਸੀਂ ਫੋਟੋਆਂ ਦੇ ਵਿੱਚ ਕੰਬਦੇ ਪਏ ਹਾਂ। ਸੋ ਸਭ ਕੁਛ ਬੰਦਾ ਕਰਦਾ ਪਿਆ ਬੰਦੇ ਦੇ ਨਾਲ। ਬੰਦਾ ਜਦੋਂ ਕਰਦਾ ਇਸ ਤਰ੍ਹਾਂ ਤੇ ਫਿਰ ਅੰਤ ਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਐ ਆਸਮਾਨ तेरे खुदा का नहीं है खौफ, ऐ आसमान तेरे खुदा का नहीं है खौफ, डरते हैं ऐ जमीन तेरे आदमी से हम। तो ਹੁਣ ਇੱਥੇ ਆਦਮੀ ਨੂੰ ਕਰ ਰਿਹਾ, ਖੁਦਾ ਦੇ ਖੌਫ ਤੋਂ ਕੋਈ ਭੈ ਭੀਤ ਨਹੀਂ ਹੁੰਦਾ, ਸਿਰਫ ਜਿਹੜਾ ਇਨਸਾਨ ਹੈਵਾਨ ਬਣਿਆ ਇਹਦੇ ਕਾਰਨਾਮਿਆਂ ਤੇ ਦੀਆਂ ਕਰਤੂਤਾਂ ਤੋਂ ਡਰ ਲੱਗਦਾ। ਬਿਲਕੁਲ ਪਿਛਲੇ ਦੇਖੋ ਹਫ਼ਤੇ ਦੇ ਵਿੱਚ UN ਦੇ ਵਿੱਚ 30 ਦਿਨਾਂ ਦੀ ਸੀਜ਼ ਫਾਇਰ ਦਾ ਐਲਾਨ ਹੋਇਆ, ਪਰ ਸਭ ਨੂੰ ਪਤਾ ਹੈ ਵੀ ਉੱਥੇ ਸੀਜ਼ ਫਾਇਰ ਨਾਂ ਦੀ ਕੋਈ ਜਿਹੜੀ ਗੱਲ ਨਹੀਂ ਹੋਈ। ਜਿਹੜਾ ਉੱਤਰੀ ਘੋਟਾ ਕਰਕੇ ਜਿਹੜਾ ਇਲਾਕਾ ਹੈ ਉਸ ਦੇ ਵਿੱਚ ਪਿਛਲੇ 13 ਦਿਨਾਂ ਦੇ ਵਿੱਚ ਬੰਬਾਰਡਮੈਂਟ ਦੇ ਵਿੱਚ ਪੌਣੇ 700 ਬੰਦਾ ਜਿਹੜਾ ਆ ਹੁਣ ਤੱਕ ਮਰ ਚੁੱਕਾ ਆ। ਇਹ ਸਰਕਾਰੀ ਆંકੜੇ ਆ, ਜਦ ਕਿ ਇਸ ਤੋਂ ਵੱਧ ਹੀ ਲੋਕ ਜਿਹੜੇ ਆ ਉਹ ਮਰੇ ਹੋਣਗੇ। ਬਹੁਤ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਪਲਾਇਨ ਕਰਕੇ ਜਾ ਚੁੱਕੇ ਨੇ। ਅਤੇ ਸਭ ਤੋਂ ਅਫਸੋਸ ਵਾਲੀ ਗੱਲ ਮਿੰਟੂ ਜੀ ਇਹ ਲੱਗ ਰਹੀ ਆ ਵੀ ਇਹਨਾਂ ਲੋਕਾਂ ਦਾ ਘਰ ਜਿਹੜਾ ਉਜਾੜ ਦਿੱਤਾ ਗਿਆ, ਤਾਂ ਹੁਣ ਜਦੋਂ ਸ਼ਰਨਾਰਥੀ ਬਣ ਕੇ ਇੱਧਰ ਉੱਧਰ ਧੱਕੇ ਖਾ ਰਹੇ ਨੇ, ਕਿਸੇ ਮੁਲਕ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਇਹਨਾਂ ਨੂੰ ਅੱਤਵਾਦੀ ਕਹਿ ਕੇ ਉੱਥੇ ਰੋਕ ਦਿੱਤਾ ਜਾ ਰਿਹਾ ਆ। ਉਹਨਾਂ ਨੂੰ ਹੁਣ ਉੱਥੇ ਜਿਹੜਾ ਆ ਉਹ ਆਉਣ ਹੀ ਨਹੀਂ ਦਿੱਤਾ ਜਾ ਰਿਹਾ। ਅਤੇ ਪਤਾ ਨਹੀਂ ਜਿਹੜੇ ਲੋਕ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਰਹਿ ਰਹੇ ਨੇ, ਜਿਹੜੀਆਂ ਆਪਸ ਦੇ ਵਿੱਚ ਪ੍ਰੋਕਸੀ ਵਾਰ ਅਜਿਹੇ ਥਾਵਾਂ ਦੇ ਉੱਤੇ ਜਾ ਕੇ ਲੋਕਾਂ ਦੇ ਘਰਾਂ ਦੇ ਉੱਤੇ ਖੇਡ ਰਹੇ ਆ, ਉਹਨਾਂ ਨੂੰ ਇਸ ਦੇ ਬਾਰੇ ਕੋਈ ਚਿੰਤਾ ਹੀ ਨਹੀਂ, ਉਹਨਾਂ ਨੂੰ ਇਸ ਦੇ ਬਾਰੇ ਕੁਛ ਪਤਾ ਹੀ ਨਹੀਂ।
ਇਹ ਗੱਲ ਤੁਸੀਂ ਠੀਕ ਕਹੀ ਹੈ ਕਿ ਇਹਨਾਂ ਲਈ ਦਰਵਾਜ਼ੇ ਖੋਲਣੇ ਚਾਹੀਦੇ। ਘੱਟੋ ਘੱਟ ਜਿਹੜਾ ਆਮ ਬੰਦਾ ਹੈ ਦੂਸਰੇ ਮੁਲਕ ਉਹਨਾਂ ਲਈ ਦਰਵਾਜ਼ੇ ਖੋਲਣ, ਚਾਹੇ ਵਕਤੀ ਤੌਰ ਤੇ ਸੀ, ਉਹਨਾਂ ਨੂੰ ਬਚਾਉਣ ਤੇ ਸਹੀ, ਇੱਕ ਵਾਰੀ ਉਹਨਾਂ ਨੂੰ ਟਿਕਾਣਾ ਤਾਂ ਦੇਣ। ਜਰਮਨ ਨੇ ਇਸ ਮਾਮਲੇ 'ਚ ਥੋੜੀ ਜਿਹੀ ਪਹਿਲ ਕਰਨੀ ਕੀਤੀ ਹੈ, ਦੂਸਰੇ ਦੇਸ਼ਾਂ ਨੂੰ ਵੀ ਕਰਨੀ ਚਾਹੀਦੀ ਹੈ। ਇਹਨਾਂ ਦਾ ਕੀ ਦੋਸ਼ ਆ? ਔਰ ਆ ਜਿਹੜਾ ਹਮਲਾ ਹੋਇਆ ਨਾ ਹੁਣ ਤਾਜ਼ਾ ਹਮਲਾ, ਇਹਦੇ 'ਚ ਵੀ 300 ਦੇ ਕਰੀਬ ਜਿਹੜਾ ਸਿਵਿਲੀਅਨ ਮਾਰਿਆ ਗਿਆ। ਉਹ ਪਤਾ ਨਹੀਂ ਲੱਗਦਾ ਪਿਆ ਹੁਣ ਰਸ਼ੀਆ ਵਾਲੇ ਕਹਿੰਦੇ ਕਿ ਅਮਰੀਕਾ ਵਾਲਿਆਂ ਕੀਤਾ, ਅਮਰੀਕਾ ਵਾਲਿਆਂ ਨੇ ਕਿਹਾ ਕਿ ਇਹ ਰਸ਼ੀਆ ਵਾਲਿਆਂ ਨੇ ਕੀਤਾ। ਪਰ ਉੱਥੇ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਾੜੇ ਦੀਆਂ ਫੌਜਾਂ ਵੀ ਲੜਦੀਆਂ, ਸਮਝ ਨਹੀਂ ਆ ਰਹੀ ਕਿ ਕਿਹਦੇ ਹੱਥੋਂ ਕਿਹਦਾ ਕਾਣ ਹੋ ਰਿਹਾ ਹੈ। ਬਿਲਕੁਲ ਜ਼ਿੰਦਗੀ ਉੱਥੇ ਹਾਰ ਰਹੀ ਆ, ਇਹੀ ਆਪਾਂ ਅਖੀਰ ਦੇ ਵਿੱਚ ਕਹਿ ਸਕਦੇ ਹਾਂ। ਅਤੇ ਹੁਣ ਜੇ ਆਪਾਂ ਮਿੰਟੂ ਜੀ ਅਗਲੀ ਜਿਹੜੀ ਗੱਲ ਆ, ਅਗਲੇ ਵਿਸ਼ੇ ਦੇ ਉੱਤੇ ਜੇ ਨਜ਼ਰ ਮਾਰੀਏ, ਕਹਿੰਦੇ ਗੌਰੀ ਲੰਕੇਸ਼ ਮਾਮਲੇ ਦੇ ਵਿੱਚ ਉਗੜਨ ਲੱਗੇ ਆ ਪਾਜ, ਇੱਕ ਗ੍ਰਿਫਤਾਰੀ ਹੋਈ ਆ। ਹੁਣ ਦੇਖੋ ਮੇਰੇ ਖਿਆਲ ਦੇ ਨਾਲ ਤੇ ਮਸਲਾ ਹੱਲ ਹੋ ਗਿਆ। ਇਹ ਹੁਣ ਕਰਨਾਟਕ ਸਰਕਾਰ, ਕਿਉਂਕਿ ਉੱਥੇ ਸਰਕਾਰ ਹੈਗੀ ਆ ਕਾਂਗਰਸ ਦੀ ਜੀ, ਅੱਗੇ ਇਲੈਕਸ਼ਨ ਆ, ਉਹ ਆਪਣੀਆਂ ਗਿਣਤੀਆਂ ਮਿਣਤੀਆਂ 'ਚ ਲੱਗੇ ਹੋਏ ਆ। ਮੈਨੂੰ ਜਿੱਥੋਂ ਤੱਕ ਅੰਦਾਜ਼ਾ ਹੈ ਕੇਸ ਇਹਨਾਂ ਨੇ ਟਰੇਸ ਕਰ ਲਿਆ, ਕਿਉਂਕਿ ਦੇਖੋ ਇੰਡੀਅਨ ਐਕਸਪ੍ਰੈਸ ਤੇ ਨਵ ਭਾਰਤ ਟਾਈਮਸ ਨੇ ਰਿਪੋਰਟ ਛਾਪੀ ਹੈ ਔਰ ਉਹਦੇ 'ਚ ਉਹਨਾਂ ਨੇ ਗ੍ਰਿਫਤਾਰ ਬੰਦੇ ਦਾ ਨਾਮ ਵੀ ਲਿਖਿਆ, ਨਵੀਨ ਉਹਦਾ ਨਾਮ ਆ, ਨਵੀਨ ਉਹਦਾ ਨਾਮ ਆ। ਔਰ ਨਾਲ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਕਿ ਨਵੀਨ ਨੇ ਮੰਨਿਆ ਕਿ ਜਿਹੜੇ ਕਾਤਲ ਸਨ ਉਹਨੇ ਉਹਨਾਂ ਲਈ ਇੱਕ ਜਿਵੇਂ ਸ਼ੂਟਿੰਗ ਪ੍ਰੈਕਟਿਸ ਵਾਲਾ ਇੱਕ ਏਰੀਆ ਸੀਗਾ, ਅਰੇਂਜ ਕਰਕੇ ਦਿੱਤਾ ਸੀ ਜੰਗਲ ਦੇ ਵਿੱਚ। ਔਰ ਉਹ 4 ਬੰਦੇ ਸਨ, ਇੱਕ ਦੋਸਤ ਨੇ ਮਿਲਾਏ ਸੀਗੇ, ਉਹ ਕਹਿੰਦਾ ਕਿ ਹਿੰਦੀ ਬੋਲਦੇ ਸਨ। ਔਰ ਇਹਨਾਂ ਅਖਬਾਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਬੰਦੇ ਜਿਹੜੇ ਸੀਗੇ ਉਹ ਜਿਹੜੇ ਦੱਖਣ ਪੰਥੀ ਆ, ਸੱਜੇ ਪੱਖੀ ਆ ਜਿਹੜੇ, ਇਹ ਇਹਨਾਂ ਦੇ ਸੰਗਠਨਾਂ ਦੇ ਬੰਦੇ ਸੀ। ਤਾਂ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਸਾਫ਼ ਹੋ ਰਹੀਆਂ ਨੇ ਹੌਲੇ ਹੌਲੇ, ਤਾਂ ਇਹ ਸਾਫ਼ ਲਗਭਗ ਹੋ ਚੁੱਕਾ ਕਿ ਮਾਜਰਾ ਉਹੀ ਨਿਕਲਿਆ ਜਿਹਦਾ ਪਹਿਲਾਂ ਲੋਕ ਸ਼ੰਕਾ ਜਤਾ ਰਹੇ ਸਨ। ਸੋ ਗੌਰੀ ਲੰਕੇਸ਼ ਦੀ ਜਿਹੜੀ ਹੱਤਿਆ ਹੋਈ ਹੈ ਉਹ ਖੱਬੇ ਪੱਖੀ ਸੱਜੇ ਪੱਖੀ ਇਸੇ ਖੇਡ ਦਾ ਨਤੀਜਾ, ਕਿਉਂਕਿ ਗੌਰੀ ਲੰਕੇਸ਼ ਬਹੁਤ ਜ਼ਿਆਦਾ ਸੰਘ ਨੂੰ ਕ੍ਰਿਟੀਸਾਈਜ਼ ਕਰਦੀ ਸੀਗੀ, ਬਹੁਤ ਜ਼ਿਆਦਾ ਸੱਜੇ ਪੱਖੀਆਂ ਦੀ ਆਲੋਚਨਾ ਕਰਦੀ ਸੀ। ਤਾਂ ਜੋ ਇਹ ਚੀਜ਼ ਨਿਕਲ ਕੇ ਆ ਰਹੀ ਹੈ ਉਹ ਇਹੀ ਹੈ ਕਿ ਇਹਨਾਂ ਸੰਗਠਨਾਂ ਚੋਂ ਹੀ ਕਿਸੇ ਸੰਗਠਨ ਦੇ ਉਹ ਬੰਦੇ ਸੀਗੇ ਜਿਨ੍ਹਾਂ ਨੇ ਪਹਿਲਾਂ ਨਾ ਸਿਰਫ ਉੱਥੇ ਰੇਕੀ ਕੀਤੀ ਬਲਕਿ ਸ਼ੂਟਿੰਗ ਦੀ ਪ੍ਰੈਕਟਿਸ ਵੀ ਕੀਤੀ, ਸ਼ੂਟ ਕਰਨ ਦੀ ਪ੍ਰੈਕਟਿਸ ਵੀ ਕੀਤੀ ਔਰ 7 ਗੋਲੀਆਂ ਮਾਰੀਆਂ ਨੇ। ਤੇ ਦੱਸਦੇ ਆ ਕਿ ਕਾਫੀ ਦਿਨ ਤੱਕ ਪਹਿਲਾਂ ਉਹ ਮੋਟਰਸਾਈਕਲ ਦੇ ਜ਼ਰੀਏ, ਬਾਈਕ ਦੇ ਜ਼ਰੀਏ ਇਸ ਇਲਾਕੇ ਦੀ ਛਾਣਬੀਨ ਕਰਦੇ ਰਹੇ ਕਿ ਕਿੱਥੋਂ ਐਂਟਰ ਹੋਣਾ, ਕਿੱਧਰੋਂ ਨਿਕਲਣਾ। ਔਰ ਇਹ ਜਿਹੜਾ ਨਵੀਨ ਸੀਗਾ ਇਹ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਨਾਲ ਸੀਗਾ। ਤਾਂ ਜਦੋਂ ਇਹਦੀ ਗ੍ਰਿਫਤਾਰੀ ਹੋ ਗਈ ਹੈ ਇਹਦਾ ਮਤਲਬ ਕਿ ਕੇਸ ਟ੍ਰੇਸ ਹੋ ਚੁੱਕਾ ਲਗਭਗ। ਹੁਣ ਸੁਣਨ ਦੇ ਵਿੱਚ ਤੇ ਇਹ ਵੀ ਆਇਆ ਕਿ ਇੱਕ ਮੈਰਿਜ ਦੇ ਵਿੱਚ ਉਹਨਾਂ 4 ਕਾਤਲਾਂ ਨੇ ਪਹੁੰਚਣਾ ਸੀਗਾ, ਤਾਂ ਉਸ ਮੈਰਿਜ ਪੈਲਸ ਨੂੰ ਘੇਰਿਆ ਗਿਆ, ਬਹੁਤ ਵਿਉਂਤਬੱਧ ਤਰੀਕੇ ਦੇ ਨਾਲ ਘੇਰਾ ਪਾਇਆ ਗਿਆ ਸੀਗਾ, ਬੜੀਆਂ ਟੀਮਾਂ ਉੱਥੇ ਲਾਈਆਂ ਗਈਆਂ ਸੀਗੀਆਂ ਸਾਦੇ ਕੱਪੜਿਆਂ 'ਚ, ਪਰ ਉਹ ਆਏ ਨਹੀਂ। ਇੱਥੋਂ ਇਹ ਵੀ ਲੱਗਦਾ ਕਿ ਹੋ ਸਕਦਾ ਕਿ ਉਹਨਾਂ ਤੱਕ ਅਗਾਊਂ ਇਨਫੋਰਮੇਸ਼ਨ ਹੈ ਜਿਹੜੀ ਪਹੁੰਚਦੀ ਹੈ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਮਾਮਲਾ ਜਿਹੜਾ ਹੱਲ ਹੋ ਗਿਆ ਔਰ ਮਾਮਲਾ ਉਹੀ ਨਿਕਲਿਆ ਜਿਹਦੀ ਆਸ਼ੰਕਾ ਲੋਕਾਂ ਵੱਲੋਂ ਜਤਾਈ ਜਾ ਰਹੀ ਸੀ। ਹੁਣ ਇਸ ਮਾਮਲੇ ਨੂੰ ਇਹ ਅਧਿਕਾਰਤ ਤੌਰ ਤੇ ਕਦੋਂ ਹੱਲ ਕੀਤਾ ਦੱਸਦੇ ਆ, ਉਹ ਉਸ ਸਰਕਾਰ ਤੇ ਨਿਰਭਰ ਕਰਦਾ ਜੋ ਸਰਕਾਰ ਇਸ ਸਮੇਂ ਚੋਣਾਂ ਨੂੰ ਵੇਖ ਕੇ ਚੱਲਦੀ ਪਈ ਹੈ। ਬਹਰਹਾਲ ਅਸੀਂ ਕਹਿ ਸਕਦੇ ਹਾਂ ਕਿ ਗੌਰੀ ਲੰਕੇਸ਼ ਦਾ ਜਿਹੜਾ ਮਾਮਲਾ ਉਹ ਲਗਭਗ ਹੱਲ ਹੋ ਗਿਆ ਜਾਂ ਹੱਲ ਹੋਣ ਦੇ ਕੰਢੇ ਤੇ ਪਹੁੰਚ ਗਿਆ। ਜੀ ਜੀ, ਅਗਲੀ ਆਪਾਂ ਗੱਲ ਕਰੀਏ, ਕਹਿੰਦੇ ਯੂਨੈਸਕੋ ਹੁਣ ਸੰਭਾਲੇਗਾ ਖੇਡਾਂ ਨੂੰ, ਉਹਨਾਂ ਨੇ ਹੁਣ ਜ਼ਿੰਮੇਵਾਰੀ ਲਈ ਹੈ। ਦੇਖੋ ਯੂਨੈਸਕੋ ਆਮ ਤੌਰ ਤੇ ਜਿਹੜੀਆਂ ਇਤਿਹਾਸਿਕ ਧਰੋਹਰਾਂ ਹੁੰਦੀਆਂ ਨੇ, ਇਤਿਹਾਸਿਕ ਇਮਾਰਤਾਂ ਹੁੰਦੀਆਂ ਨੇ, ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ ਯੂਨੈਸਕੋ। ਤੁਹਾਨੂੰ ਪਤਾ ਹੀ ਹੈ ਦਰਬਾਰ ਸਾਹਿਬ ਬਾਰੇ ਵੀ ਬਹੁਤ ਰੌਲਾ ਚੱਲਦਾ ਨਾ ਯੂਨੈਸਕੋ। ਜੀ ਜੀ, ਤਾਂ ਇਹ ਹੁਣ ਦੱਸਦੇ ਆ ਕਿ ਭਾਰਤ ਦੇ ਵਿੱਚ ਪੁਰਾਤਨ ਖੇਡਾਂ ਨੂੰ ਵੀ ਸੰਭਾਲਣਗੇ, ਜਿੱਦਾਂ ਗੁੱਲੀ ਡੰਡਾ, ਮਲਖੰਬ, ਨਾਲ ਖੋ ਖੋ ਸਾਡੇ ਇੱਧਰ ਜ਼ਿਆਦਾ ਚੱਲਦੀਆਂ। ਯਾਨੀ ਇਸ ਤਰ੍ਹਾਂ ਦੀਆਂ ਜਿਹੜੀਆਂ ਪਰੰਪਰਾਗਤ ਖੇਡਾਂ ਸਨ ਸਾਡੀਆਂ ਜਿਹੜੀਆਂ ਅਲੋਪ ਹੋ ਰਹੀਆਂ ਨੇ ਇੱਕ ਕਰਕੇ, ਇਹ ਉਹਨਾਂ ਨੂੰ ਵੀ ਸੰਭਾਲਣ ਦਾ ਇੱਥੇ ਜਿੰਮਾ ਸੰਭਾਲਣਗੇ। ਇਹ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਗੱਲ ਆ, ਪਰ ਸਾਡੇ ਲਈ ਚਿੰਤਾਜਨਕ ਗੱਲ ਹੈ ਔਰ ਖਾਸ ਤੌਰ ਤੇ ਪੰਜਾਬੀ ਸੱਭਿਆਚਾਰ ਲਈ ਬੜੀ ਚਿੰਤਾਜਨਕ ਗੱਲ ਆ। ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਤਾਂ ਇਸ ਤਰ੍ਹਾਂ ਦੀਆਂ ਬੜੀਆਂ ਖੇਡਾਂ ਖੇਡੀਆਂ ਜਾਂਦੀਆਂ ਸੀ, ਬਾਂਦਰ ਕਿੱਲਾ, ਪਿੱਠੂ, ਔਰ ਖੋ ਖੋ, ਵਾਂਝੀ ਕਿਹਾ ਜਾਂਦਾ ਸੀਗਾ, ਬੱਚਾ ਦਿੰਦੇ ਹੁੰਦੇ ਸੀਗੇ ਜਿਹੜੇ ਚਕਾਨੀ ਦੇ ਕੇ ਨਿਕਲਦੇ ਸੀ ਡੱਬਿਆਂ ਚੋਂ, ਖਾਨਿਆਂ ਚੋਂ। ਸੋ ਇਹ ਸਾਰੀਆਂ ਖੇਡਾਂ ਦੇਖ ਲਓ ਹੁਣ ਪਿੰਡਾਂ ਦੇ ਵਿੱਚ ਲੋਕ ਨੇ, ਅੱਜ ਕੱਲ੍ਹ ਦੇ ਬੱਚੇ ਨਹੀਂ ਖੇਡਦੇ। ਇਹਦਾ ਇੱਕ ਉਲਟਾ ਪ੍ਰਭਾਵ ਇਹ ਪੈਂਦਾ ਕਿ ਬੱਚਾ ਜਦੋਂ ਇਹਨਾਂ ਖੇਡਾਂ ਦੇ ਨਾਲ ਛੋਟਾ ਹੁੰਦਾ ਜੁੜਦਾ, ਸਕੂਲੀ ਟਾਈਮ ਹੋਵੇ ਚਾਹੇ ਉਹ
ਖੇਡਣ ਮੰਨਣ ਦੀ ਉਮਰ ਦੇ ਵਿੱਚ ਜਦੋਂ ਇਹਨਾਂ ਖੇਡਾਂ ਦੇ ਵਿੱਚ ਪੈਂਦਾ ਤਾਂ ਖੇਡਾਂ ਦੇ ਨਾਲ ਫਿਰ ਉਹਦਾ ਜੜਾਵ ਸ਼ੁਰੂ ਹੋ ਜਾਂਦਾ, ਕਿਉਂਕਿ ਬੜੀਆਂ ਸਧਾਰਨ ਪੱਧਰ ਦੀਆਂ ਖੇਡਾਂ ਹੁੰਦੀਆਂ, ਇਹਦੇ 'ਚ ਕੋਈ ਤਕਨੀਕ ਦੀ ਜ਼ਰੂਰਤ ਨਹੀਂ ਹੁੰਦੀ, ਇਹਦੇ 'ਚ ਕੋਈ ਹੋਰ ਤੁਹਾਨੂੰ ਇਨਫਰਾਸਟਰਕਚਰ ਨਹੀਂ ਚਾਹੀਦਾ, ਕੋਈ ਤੁਹਾਨੂੰ ਸਾਜੋ ਸਮਾਨ ਨਹੀਂ ਚਾਹੀਦਾ। ਯਾਨੀ ਇੱਕ ਸਾਡੀਆਂ ਪਰੰਪਰਾਗਤ ਖੇਡਾਂ ਦਾ ਉਹ ਢੰਗ ਹੁੰਦਾ, ਜਿੱਦਾਂ ਕਿ ਬੰਦਾ ਹੀ ਬਹੁਤ ਆ ਤਾਂ ਉਹ ਘਾਨੇ ਵੱਲ ਕੇ ਜਾਂ ਕੋਈ ਗੇਂਦ ਲੈ ਕੇ ਐਰਾ ਵਗੈਰਾ ਥੋੜ੍ਹੀਆਂ ਬਹੁਤ ਚੀਜ਼ਾਂ ਦੇ ਨਾਲ ਕੰਮ ਚਲਾ ਲਿਆ ਜਾਂਦਾ, ਤਾਂ ਉਹਦਾ ਸਿੱਟਾ ਇਹ ਨਿਕਲਦਾ ਕਿ ਬੱਚਾ ਖੇਡਾਂ ਦੇ ਵਿੱਚ ਰੁਚੀ ਪਾ ਲੈਂਦਾ। ਹੁਣ ਉਹ ਚੀਜ਼ਾਂ ਬੰਦ ਹੋ ਗਈਆਂ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਯੂਨੈਸਕੋ ਜੇ ਇੱਦਾਂ ਦੀ ਪਹਿਲ ਕਰਦਾ ਤੇ ਠੀਕ ਆ, ਪਰ ਸਾਨੂੰ ਆਪਣੇ ਪੱਧਰ ਤੇ ਵੀ ਇਹ ਪਹਿਲ ਕਰਨੀ ਚਾਹੀਦੀ, ਔਰ ਖਾਸ ਤੌਰ ਤੇ ਪੰਜਾਬੀਆਂ ਨੂੰ, ਕਿਉਂਕਿ ਪੰਜਾਬੀਆਂ ਦੇ ਵਿੱਚੋਂ ਇਹ ਸੱਭਿਆਚਾਰ ਹੈ ਜਿਹੜਾ ਖੇਡਾਂ ਵਾਲਾ, ਜਿਹੜਾ ਪਰੰਪਰਾਗਤ ਖੇਡਾਂ ਵਾਲਾ, ਉਹ ਲਗਭਗ ਮਨਫੀ ਹੋ ਚੁੱਕਾ, ਔਰ ਜਿਹਦਾ ਨਤੀਜਾ ਸਾਡੇ ਸਾਹਮਣੇ ਹੈ। ਜੀ ਜੀ, ਜਾਂਦੇ ਜਾਂਦੇ ਖੇਡਾਂ ਦੇ ਨਾਲ ਹੀ ਜੁੜੀ ਹੋਈ ਆਪਾਂ ਖਬਰ ਕਰਦੇ ਜਾਂਦੇ ਹਾਂ ਵੀ ਨਵਜੋਤ ਕੌਰ ਨੇ ਕੁਸ਼ਤੀ ਵਿੱਚ ਜਿੱਤਿਆ ਏਸ਼ੀਆ ਨੂੰ। ਇਹ ਨਵਜੋਤ ਸਿੱਧੂ ਨਾ ਸੋਚੀ ਜਾਣ ਸਾਰੇ ਜਾਣੇ। ਨਹੀਂ ਜੀ, ਇਹ ਧੀ ਆ, ਪੰਜਾਬੀ ਧੀ ਆ ਜੀ। ਇਹਨੇ ਦੇਖੋ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤਿਆ, ਯਾਨੀ ਏਸ਼ੀਆ ਜਿੱਤਿਆ। ਵੈਸੇ ਨਵਜੋਤ ਕੌਰ ਸਿੱਧੂ ਵੀ ਪੰਜਾਬੀ ਧੀ ਆ ਜੀ। ਇਹ ਜਿਹੜੀ ਇਹ ਧੀ ਆ ਉਹ ਦੋਹਾਂ ਦਾ ਵੈਸੇ ਪ੍ਰੋਫੈਸ਼ਨ ਵੱਖੋ ਵੱਖਰਾ। ਉਹ ਡਾਕਟਰ ਆ, ਇਹ ਪਲੇਅਰ ਆ। ਉਹ ਡਾਕਟਰ ਹੋਣ ਦੇ ਨਾਲ ਨਾਲ ਉਹ ਸਿਆਸਤ ਦੀ ਵੀ ਡਾਕਟਰੀ ਕਰ ਦਿੰਦੀ ਹੈ ਬੀਬੀ, ਪਰ ਇਹ ਸਿਰਫ ਤੇ ਸਿਰਫ ਆਪਣੀ ਮੰਜ਼ਿਲ ਵਾਲੀ ਨਿਗਾਹ ਰੱਖ ਰਹੀ ਹੈ ਕੁੜੀ। ਸੋ ਇਹਨਾਂ ਨੇ ਜਾਪਾਨ ਦੇ ਵਿੱਚ ਜਾ ਕੇ ਜਾਪਾਨ ਦੀ ਆਪਣੀ ਜਿਹੜੀ ਕੰਪੀਟੀਟਰ ਸੀਗੀ ਮੀਆ ਆਇਮਾਈ, ਉਹਨੂੰ 9-1 ਨਾਲ ਹਰਾ ਕੇ ਇਹ ਗੋਲਡ ਮੈਡਲ ਹਾਸਿਲ ਕੀਤਾ ਵਾ। ਇਹ ਜਿਹੜਾ ਈਵੈਂਟ ਸੀਗਾ 65 ਕਿਲੋਗ੍ਰਾਮ ਫ੍ਰੀ ਸਟਾਈਲ ਦਾ ਸੀਗਾ। ਇਹ ਇਤਿਹਾਸ ਰਚਿਆ ਇਸ ਕੁੜੀ ਨੇ। ਇਸ ਤੋਂ ਪਹਿਲਾਂ ਇਹ ਅਚੀਵਮੈਂਟ ਕਿਸੇ ਦੇ ਖਾਤੇ 'ਚ ਸ਼ਾਇਦ ਹੈ ਨਹੀਂ ਸੀਗੀ। ਬਹੁਤ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਮੀਡੀਆ ਵੱਲੋਂ। ਇਸ ਕੁੜੀ ਨੇ ਇੱਕ ਝੰਡਾ ਬੁਲੰਦ ਕੀਤਾ, ਪਰਚਮ ਲਹਿਰਾਇਆ, ਮੁਬਾਰਕਬਾਦ ਦੇਣੀ ਬਣਦੀ ਹੈ। ਔਰ ਉਮੀਦ ਕਰਦੇ ਹਾਂ ਕਿ ਜਿੱਦਾਂ ਕ੍ਰਿਕਟ ਨੂੰ ਅਹਿਮੀਅਤ ਦਿੱਤੀ ਜਾ ਰਹੀ ਆ, ਇਹ ਜਿਹੜੀਆਂ ਖੇਡਾਂ ਨੇ, ਕੁਸ਼ਤੀ ਆ ਚਾਹੇ ਹਾਕੀ, ਇਹਨਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਸਿਤਾਰੇ ਚਮਕਦੇ ਆ ਤਾਂ ਉਹਨਾਂ ਦੇ ਮੋਢਿਆਂ ਤੇ ਵੀ ਸਿਤਾਰੇ ਲਾਏ ਜਾਣਗੇ। ਜੀ ਜੀ ਜੀ, ਅਤੇ ਬਹੁਤ ਬਹੁਤ ਮਿੰਟੂ ਗੁਰੂਸਰੇ ਜੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ, ਇਹਨਾਂ ਅਹਿਮ ਮਸਲਿਆਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।